ਇਹਦੇ ਡੈਡੀ ਨੇ ਸਾਨੂੰ ਪੈਸਿਆਂ ਦੀ ਮੰਗ ਕੀਤੀ, ਕਹਿੰਦੇ ਵੀ ਪੈਸੇ 2-4 ਲੱਖ ਰੁਪਈਆ ਸਾਨੂੰ। ਅਸੀਂ ਕਿਹਾ ਵੀ ਕਾਹਦਾ 4 ਲੱਖ ਰੁਪਈਆ, ਵੀ ਉਹ ਕਹਿੰਦੇ ਵੀ ਅਸੀਂ ਇੱਥੇ ਆਹ ਲੱਗੇ ਪੈਸੇ ਸਾਡੇ ਆਹ ਬਿਜਲੀ ਸੀ, ਕੋਈ ਗੱਲ ਨਹੀਂ ਵੀ ਆਪਾਂ ਬਾਅਦ 'ਚ ਬਹਿ ਕੇ ਆਪਣਾ ਹਿਸਾਬ ਕਿਤਾਬ ਕਰ ਲਾਂਗੇ। ਉਹਦੇ ਅਕਾਊਂਟ 'ਚ ਫੁੱਫੜ ਜੀ ਦੇ ਅਕਾਊਂਟ 'ਚ ਮੈਂ 1.5 ਲੱਖ ਰੁਪਈਆ ਪਾਇਆ ਜੀ, ਤੇ ਜਿਹੜੀ ਮੇਰੀ ਵਾਈਫ ਆ ਉਹਦੇ ਅਕਾਊਂਟ 'ਚ 6 ਲੱਖ ਰੁਪਏ ਪਏ ਮੇਰੀ ਸਿਸਟਰ ਦੇ ਖਾਤੇ 'ਚੋਂ ਹੀ, ਪਵਨਜੋਤ ਕੌਰ ਦੇ ਖਾਤੇ 'ਚੋਂ। ਮੈਨੂੰ ਕਹਿਣ ਲੱਗੀ ਵੀ ਮੈਂ ਤੈਨੂੰ ਸੱਦਣਾ ਨਹੀਂ ਹੈਗਾ, ਵੀ ਨਾ ਮੈਂ ਤੇਰੇ ਨਾਲ ਗੱਲ ਕਰ, ਮੈਨੂੰ ਫੋਨ ਨਾ ਕਰੀ, ਹੈ ਨਾ। ਮੈਂ ਕਿਹਾ ਵੀ ਤੂੰ ਦੱਸ ਤਾ ਕੀ ਗੱਲ ਹੋਈ ਆ? ਕਹਿੰਦੀ ਬਸ ਮੈਨੂੰ ਫੋਨ ਨਾ ਕਰੀ ਵੀ ਤੂੰ ਮੈਨੂੰ ਤੰਗ ਕਰ ਲਿਆ, ਹੈ ਨਾ। ਅਤੇ ਮੈਂ ਫਿਰ ਦੋਨਾਂ ਪਾਸੇ ਚਲੇ ਗਈ, ਮੈਂ ਤਾਂ ਪੈਸੇ ਵੀ ਗਵਾ ਲਏ, ਅਤੇ ਉਸ ਤੋਂ ਬਾਅਦ 'ਚ ਮੈਂ ਵਾਈਫ ਵਾਸਤੇ ਵੀ ਚਲੇ ਗਿਆ। ਮੈਂ ਜਮੀ ਮੇਰਾ ਜਿਵੇਂ ਡਿਪਰੈਸ਼ਨ 'ਚ ਆ ਗਿਆ ਸੀਗਾ ਜੀ ਮੈਂ, ਅਤੇ ਮੈਂ ਕਿਹਾ ਵੀ ਚੱਲ ਮੈਂ ਸੁਸਾਈਡ ਕਰ ਲਿਆ, ਅਤੇ ਮੈਨੂੰ ਲੜਨ ਲੱਗੀ ਸੀਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਸਨਮਜੀਤ ਸਿੰਘ ਭੱਲਾ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਖਬਰਾਂ ਦੇਖ ਰਹੇ ਹੋਵੋਗੇ। ਬਹੁਤ ਲੋਕ ਅਜਿਹੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਨਾਲ ਬਾਹਰ ਜਾਣ ਦੇ ਨਾਮ ਤੇ ਠੱਗੀ ਹੋਈ ਹੈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਇੱਕ ਕੇਸ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਲਵਪ੍ਰੀਤ ਅਤੇ ਬੇਅੰਤ ਕੌਰ ਵਾਲਾ, ਜਿਸ ਦੇ ਵਿੱਚ ਲਵਪ੍ਰੀਤ ਜੋ ਲੜਕਾ ਸੀਗਾ ਉਸ ਦਾ ਵਿਆਹ ਹੁੰਦਾ ਇੱਕ ਲੜਕੀ ਦੇ ਨਾਲ। ਲੜਕੀ ਦੇ ਆਇਲਸ 'ਚ ਬੈਂਡ ਵਧੀਆ ਆਏ ਹੁੰਦੇ ਨੇ, ਜਿਸ ਕਰਕੇ ਉਹਨਾਂ ਦਾ ਵਿਆਹ ਹੋ ਜਾਂਦਾ। ਪਰ ਜਦੋਂ ਮੁੰਡੇ ਵਾਲੇ ਲੱਖਾਂ ਰੁਪਈਆ ਲਾ ਕੇ ਆਪਣੀ ਨੂੰਹ ਨੂੰ ਜਦੋਂ ਬਾਹਰ ਭੇਜਦੇ ਨੇ ਤਾਂ ਉਹਨਾਂ ਦੀ ਨੂੰਹ ਉਹਨਾਂ ਦੇ ਪੁੱਤਰ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੰਦੀ ਹੈ, ਜਿਸ ਕਾਰਨ ਉਹ ਨੌਜਵਾਨ ਖੁਦਕੁਸ਼ੀ ਕਰ ਲੈਂਦਾ। ਉਸ ਤੋਂ ਬਾਅਦ ਕਈ ਹੋਰ ਮਾਮਲੇ ਸਾਹਮਣੇ ਆ ਰਹੇ ਨੇ ਕਿ ਜਿਸ ਦੇ ਵਿੱਚ ਬਾਹਰ ਜਾਣ ਦੇ ਲਈ ਕੰਟਰੈਕਟ ਮੈਰਿਜ ਹੁੰਦੀ ਹੈ, ਪਰ ਬਾਹਰ ਜਾ ਕੇ ਕੁੜੀ ਮੁੰਡੇ ਨੂੰ ਬੁਲਾਉਣ ਤੋਂ ਮੁੱਕਰ ਜਾਂਦੀ ਹੈ। ਹਾਲਾਂਕਿ ਪੈਸੇ ਮੁੰਡੇ ਵਾਲੇ ਹੀ ਲਗਾਉਂਦੇ ਨੇ, ਪਰ ਬਾਹਰ ਜਾ ਕੇ ਕੁੜੀ ਆਪਣੇ ਪਤੀ ਨੂੰ, ਜਿਸ ਦੇ ਨਾਲ ਉਸ ਦਾ ਵਿਆਹ ਹੋਇਆ ਹੁੰਦਾ, ਉਸ ਨੂੰ ਉੱਥੇ ਬੁਲਾਉਣ ਲਈ ਇਨਕਾਰ ਕਰ ਦਿੰਦੀ ਹੈ। ਅਜਿਹਾ ਹੀ ਮਾਮਲਾ ਮਾਛੀਵਾੜਾ ਦੇ ਲੱਗਦੇ ਪਿੰਡ ਪੰਜੇਟਾ ਦੇ ਨੇੜੇ ਉੱਥੋਂ ਆਇਆ, ਜਿੱਥੇ ਸੁਖਵਿੰਦਰ ਸਿੰਘ ਨਾਮ ਦਾ ਨੌਜਵਾਨ, ਜਿਸ ਨੇ ਆਪਣੀ ਸਾਰੀ ਕਮਾਈ, ਉਸਦੇ ਲੜਕੇ ਨੇ ਆਪਣੇ ਪਿਤਾ ਦੀ ਸਾਰੀ ਕਮਾਈ ਆਪਣੀ ਪਤਨੀ ਨੂੰ ਬਾਹਰ ਕੈਨੇਡਾ ਭੇਜਣ ਦੇ ਵਿੱਚ ਲਗਾ ਦਿੱਤੀ ਸੀ। 24 ਲੱਖ ਰੁਪਈਆ ਲਗਾ ਕੇ ਆਪਣੀ ਪਤਨੀ ਨੂੰ ਉਸਨੇ ਕੈਨੇਡਾ ਭੇਜਿਆ ਸੀ, ਪਰ ਪਤਨੀ ਕੈਨੇਡਾ ਜਾਣ ਤੋਂ ਬਾਅਦ ਆਪਣੇ ਪਤੀ ਨੂੰ ਬੁਲਾਉਣ ਲਈ ਮੁੱਕਰ ਗਈ, ਆਨਾਕਾਨੀ ਕਰਨ ਲੱਗ ਗਈ, ਜਿਸ ਤੋਂ ਬਾਅਦ ਉਸਨੇ ਸਾਰਾ ਕੁਝ ਉਹਨਾਂ ਦੇ ਨਾਲ ਆਪਣੇ ਗੱਲਬਾਤ ਕਰਨੀ ਜਿਹੜੀ ਹੈ ਉਹ ਬੰਦ ਕਰ ਦਿੱਤੀ। ਦੱਸ ਦਈਏ ਕਿ ਨੌਜਵਾਨ ਸੁਖਵਿੰਦਰ ਸਿੰਘ ਦੇ ਹਾਲਾਤ ਇਸ ਸਮੇਂ ਬਹੁਤ ਖਰਾਬ ਨੇ। ਨੌਜਵਾਨ ਡਿਪਰੈਸ਼ਨ ਦੇ ਵਿੱਚ ਹੈ ਇਸ ਸਮੇਂ, ਅਤੇ ਉਸਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਸਦਾ ਕੋਈ ਹੱਲ ਨਹੀਂ ਹੁੰਦਾ ਉਹ ਵੀ ਖੁਦਕੁਸ਼ੀ ਕਰ ਲੇਗਾ, ਕਿਉਂਕਿ ਸਾਰੀ ਉਮਰ ਦੀ ਕਮਾਈ, ਆਪਣੇ ਪਿਤਾ ਦੀ ਕਮਾਈ ਅਤੇ ਆਪਣੀ ਸਾਰੀ ਉਸਨੇ ਕਮਾਈ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਦੇ ਵਿੱਚ ਲਗਾ ਦਿੱਤੀ, ਪਰ ਉਸਦੀ ਪਤਨੀ ਕੈਨੇਡਾ ਜਾ ਕੇ ਉਸ ਨੂੰ ਬੁਲਾਉਣ ਤੋਂ ਇਨਕਾਰ ਕਰ ਰਹੀ ਹੈ। ਦਰਅਸਲ 5 ਫਰਵਰੀ 2020 ਨੂੰ ਸੁਖਵਿੰਦਰ ਸਿੰਘ ਦਾ ਉਸ ਲੜਕੀ ਦੇ ਨਾਲ ਵਿਆਹ ਹੁੰਦਾ ਹੈ। ਲੜਕੀ ਦੇ ਆਈਲੈਟਸ ਦੇ ਵਿੱਚ ਬੈਂਡ ਵਧੀਆ ਹੁੰਦੇ ਨੇ, ਜਿਸ ਕਾਰਨ ਵਿਚੋਲਾ ਉਹਨਾਂ ਦਾ ਵਿਆਹ ਕਰ ਦਿੰਦਾ, ਅਤੇ ਵਿਆਹ ਤੋਂ ਮਗਰੋਂ ਆਪਣੇ ਪਿਤਾ ਦਾ ਇੱਕ ਪਲਾਟ ਵੇਚ ਕੇ ਅਤੇ ਵੱਡੀ ਭੈਣ ਦੇ ਵਿਆਹ ਦੇ ਵਾਸਤੇ ਜੋ ਪੈਸੇ ਰੱਖੇ ਹੋਏ ਸੀ ਉਹ ਪੈਸੇ ਲਗਾ ਕੇ ਕੁੱਲ ਖਰਚਾ 24 ਲੱਖ ਰੁਪਈਆ ਲੜਕੀ ਨੂੰ ਬਾਹਰ ਭੇਜਣ ਤੇ ਆਇਆ। ਅਤੇ ਉਸ ਤੋਂ ਬਾਅਦ ਲੜਕੀ ਜਦੋਂ ਬਾਹਰ ਚਲੀ ਜਾਂਦੀ ਹੈ ਤਾਂ 10 ਕੁ ਦਿਨਾਂ ਬਾਅਦ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਦੇ ਤੇਵਰ ਬਦਲ ਜਾਂਦੇ ਨੇ। ਉਹ ਗੱਲ ਕਰਨੀ ਘਟਾ ਦਿੰਦੀ ਹੈ ਅਤੇ ਬਾਅਦ ਦੇ ਵਿੱਚ ਗੱਲ ਕਰਨੀ ਬੰਦ ਹੀ ਕਰ ਦਿੰਦੀ ਹੈ। 7 ਕੁ ਮਹੀਨੇ ਉਹ ਲੜਕੀ ਸਹੁਰੇ ਪਰਿਵਾਰ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਰਹਿੰਦੀ ਹੈ। ਸੁਖਵਿੰਦਰ ਸਿੰਘ ਦਾ ਕਹਿਣਾ ਸੀਗਾ ਕਿ 7 ਮਹੀਨੇ ਜਦੋਂ ਉਹਨਾਂ ਦੇ ਨਾਲ ਰਹੀ ਹੈ ਕੋਈ ਅਜਿਹੀ ਗੱਲ ਲੱਗਦੀ ਨਹੀਂ ਸੀ, ਬਹੁਤ ਵਧੀਆ ਤਰੀਕੇ ਨਾਲ ਉਹ ਲੜਕੀ ਉਹਨਾਂ ਦੇ ਸਹੁਰੇ ਘਰ ਰਹਿ ਰਹੀ ਸੀ। ਪਰ ਜਿੱਦਾਂ ਹੀ ਉਹ ਕੈਨੇਡਾ ਜਾਂਦੀ ਹੈ ਤਾਂ 10 ਦਿਨ ਬਾਅਦ ਉਸਦੇ ਤੇਵਰ ਜਿਹੜੇ ਨੇ ਉਹ ਬਦਲਣੇ ਸ਼ੁਰੂ ਹੋ ਜਾਂਦੇ ਨੇ। ਤਾਂ ਉਸ ਤੋਂ ਬਾਅਦ ਜਦੋਂ ਲੜਕੀ ਕੈਨੇਡਾ ਜਾਂਦੀ ਹੈ ਤਾਂ ਸੁਖਵਿੰਦਰ ਸਿੰਘ ਦਾ ਦੋਸ਼ ਹੈ ਕਿ ਲੜਕੀ ਦੇ ਪਿਤਾ ਨੇ ਉਹਨਾਂ ਤੋਂ ਫਿਰ ਤੋਂ 4 ਲੱਖ ਦੀ ਰਕਮ ਦੀ ਮੰਗ ਕੀਤੀ ਸੀ, ਜੋ ਉਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਸਨੇ ਜਦੋਂ ਆਪਣੀ ਪਤਨੀ ਦੇ ਨਾਲ ਵੀ ਇਸ ਬਾਰੇ ਗੱਲ ਕੀਤੀ ਤਾਂ ਉਸਦੀ ਪਤਨੀ ਨੇ ਵੀ ਉਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੁਖਵਿੰਦਰ ਸਿੰਘ ਨੂੰ ਕਿ ਉਹ 4 ਲੱਖ ਦੀ ਰਾਸ਼ੀ ਉਸਦੇ ਪਿਤਾ ਨੂੰ ਦਿੱਤੀ ਜਾਵੇ। ਪਰ ਬਾਅਦ ਦੇ ਵਿੱਚ ਲੜਕੀ ਨੇ ਆਪਣੇ ਤੇਵਰ ਜਿਹੜੇ ਨੇ ਉਹ ਬਦਲਣੇ ਸ਼ੁਰੂ ਕਰ ਦਿੱਤੇ, ਤੇ ਹੁਣ ਸੁਖਵਿੰਦਰ ਸਿੰਘ ਦੇ ਨਾਲ ਉਸ ਦਾ ਕੋਈ ਵੀ ਗੱਲਬਾਤ ਜਿਹੜੀ ਹੈ ਨਹੀਂ ਹੁੰਦੀ। ਇਸ ਸਮੇਂ ਨੌਜਵਾਨ ਦੇ ਦਿਲ ਦੇ ਵਿੱਚ ਦਾ ਕੀ ਹਾਲ ਹੈ ਉਹ ਤੁਸੀਂ ਖੁਦ ਹੀ ਉਸ ਨੌਜਵਾਨ ਦੀ ਜ਼ੁਬਾਨੀ ਸੁਣ ਲਓ। ਸੁਖਵਿੰਦਰ ਸਿੰਘ ਜੀ, ਪਿੰਡ ਮੇਰਾ ਪੰਜੇਟਾ ਵਾ। ਮੇਰਾ ਵਿਆਹ ਜੀ 5 ਫਰਵਰੀ 2020 ਨੂੰ ਹੋਇਆ ਸੀਗਾ ਜੀ। ਮੇਰਾ ਵਿਆਹ, ਸਾਡੀ ਮੈਰਿਜ ਆਪਣੇ ਵਿਚੋਲੇ ਥਰੂ ਹੋਈ ਸੀਗੀ ਜੀ, ਅਤੇ ਗੱਲਬਾਤ ਕਰਦੇ ਸਾਨੂੰ ਪਤਾ ਲੱਗਿਆ ਵੀ ਉਹਦੇ ਆਇਲਸ ਬੈਂਡ ਆਏ ਸੀਗੇ ਜੀ। ਅਤੇ ਉਸ ਤੋਂ ਬਾਅਦ 'ਚ ਅਸੀਂ ਉਹਨਾਂ ਨਾਲ ਗੱਲ ਕੀਤੀ। ਸਾਡਾ ਜਿਹੜਾ ਜੀ ਪਹਿਲਾਂ ਦੇਖਦੇ ਗਏ ਕੀਤਾ ਆਪਣੇ ਸਾਹਨੇ ਵਾਲਾ ਗੁਰਦੁਆਰਾ ਸਾਹਿਬ ਜੀ, ਹੁਣ 22 ਦਸੰਬਰ ਨੂੰ।
ਉਸ ਤੋਂ ਬਾਅਦ ਸਾਡੀ ਇੰਗੇਜਮੈਂਟ ਹੋਈ 29 ਦਸੰਬਰ ਨੂੰ ਸ਼ੰਭੂ ਰੈਸਟੋਰੈਂਟ ਆਪਣੇ ਘਵਾੜੇ 'ਚ ਜੀ। ਤੇ ਉਸ ਤੋਂ ਬਾਅਦ 'ਚ ਅਸੀਂ ਚਲੋ ਉਹਨਾਂ ਨੇ ਟਾਈਮ ਪਾ ਲਿਆ, ਉਹ ਕਹਿੰਦੇ ਵੀ ਵਿਆਹ ਜਲਦੀ ਕਰਨਾ ਵਾ ਤੇ ਫੈਨ ਲਾਉਣੀ ਹੈ ਨਾ। ਤੇ ਸਾਡੀ ਫਿਰ ਮੈਰਿਜ ਹੋਈ ਆਪਣੇ ਸਮਰਾਲੇ ਹੋਈ ਜੀ, ਆਪਣੇ 5 ਫਰਵਰੀ ਨੂੰ। ਤੇ ਉਹ ਵੀ ਸਿੰਘੂ ਵੈਲਸ ਸੀਗਾ ਜੀ, ਰੈਸਟੋਰੈਂਟ ਸੀਗਾ ਜੀ ਛੋਟਾ ਆਪਣਾ ਜਿਹੜਾ। ਉਸ ਤੋਂ ਬਾਅਦ ਜੀ ਅਸੀਂ ਉਹ ਮਤਲਬ ਵੀ ਵਿਆਹ ਤੋਂ ਬਾਅਦ ਫੈਨ ਲਾਈ ਜੀ। ਤੇ ਫੈਨ ਲਈ ਜਿਹੜੀ ਅੱਧੀ ਫੀਸ ਤਾਂ ਜੀ ਉਹਦੀ ਪਹਿਲਾਂ ਜੀ ਮਤਲਬ ਵੀ ਪਹਿਲਾਂ ਹੀ ਭਰਤੀ ਸੀਗੀ ਵਿਆਹ ਤੋਂ ਪਹਿਲਾਂ ਹੀ। ਤੇ ਕੁਛ ਉਹਦੇ ਪਹਿਲਾਂ ਫੁੱਫੜ ਨੇ ਭਰੇ ਸੀਗੇ ਪੈਸੇ, ਫੀਸ ਸਾਡੇ ਕੋਲ ਹੋਏ ਨਹੀਂ ਸੀਗੇ ਹੱਲ, ਤੇ ਅਸੀਂ ਉਹਦੇ ਵਾਪਸ ਕਰਤੀ। ਕੁਛ ਅਕਾਊਂਟ 'ਚ ਪਾ ਦੇ, ਕੁਛ ਉਹਦੇ ਕੈਸ਼ ਦਿੱਤਾ ਉਹਦੇ ਡੈਡੀ ਨੂੰ ਜੀ। ਉਹਦੇ ਅਕਾਊਂਟ 'ਚ ਕਿੰਨੇ ਰੁਪਏ ਪਾਏ ਜੀ? ਉਹਦੇ ਅਕਾਊਂਟ 'ਚ ਫੁੱਫੜ ਜੀ ਦੇ ਅਕਾਊਂਟ 'ਚ 1.5 ਲੱਖ ਰੁਪਏ ਪਾਇਆ ਜੀ। ਤੇ ਜਿਹੜੀ ਮੇਰੀ ਵਾਈਫ ਆ ਉਹਦੇ ਅਕਾਊਂਟ 'ਚ 6 ਲੱਖ ਰੁਪਏ ਪਾਏ ਮੇਰੀ ਸਿਸਟਰ ਦੇ ਖਾਤੇ 'ਚੋਂ ਜੀ, ਪਵਨਜੋਤ ਕੌਰ ਦੇ ਖਾਤੇ 'ਚੋਂ। ਤੇ 1 ਲੱਖ ਰੁਪਇਆ ਇਹਦੇ ਮੇਰੇ ਸਹੁਰਾ ਸਾਹਿਬ ਨੂੰ ਦਿੱਤਾ ਜੀ, ਉਹ ਵੀ ਉਹਦੇ ਖਾਤੇ 'ਚ ਪਾਇਆ, ਮੇਰੇ ਸਿਸਟਰ ਦੇ ਖਾਤੇ 'ਚ। ਉਹ ਵਿਆਹ ਤੋਂ ਪਹਿਲਾਂ ਲੈ ਗਏ ਸੀਗੇ ਜੀ। ਕਿੰਨੇ ਦਿਨ ਬਾਅਦ ਉਹਨੇ ਗੱਲ ਕਰਨੀ ਬੰਦ ਕਰਤੀ ਤੁਹਾਡੇ ਮੇਰੇ ਨਾਲ ਜੀ ਉਹਨੇ ਮੰਨ ਲਾ ਵੀ 7-8 ਦਿਨ ਗੱਲ ਕੀਤੀ, ਹੱਦ 10 ਦਿਨ ਜੀ। ਤੁਸੀਂ ਕਾਰਨ ਨਹੀਂ ਪੁੱਛਿਆ ਗੱਲ ਬੰਦ ਕਿਉਂ ਕੀਤੀ? ਕਾਰਨ ਇਹ ਹੋਇਆ ਜੀ, ਜਦੋਂ ਉਹ ਬਾਹਰ ਭੇਜਤੀ ਸੀਗੀ ਉਹਦੀ ਸਿਸਟਰ ਨੇ ਉਹਨੂੰ ਲੈ ਕੇ ਜਾਣਾ ਸੀਗਾ ਜੀ ਉੱਥੋਂ। ਤੇ ਉਸ ਤੋਂ ਬਾਅਦ 'ਚ ਅਸੀਂ ਉਹਨੇ ਰਸਤੇ ਜਾ ਕੇ ਮੰਨ ਲਓ ਮੁਰਥਲ ਚਲੇ ਗਏ ਜੀ। ਉਹਨੇ ਜਵਾਬ ਦਿੱਤਾ, ਕਹਿੰਦੀ ਵੀ ਇੱਥੇ ਕੋਵਿਡ ਚੱਲਦਾ ਵਾ, ਮੈਂ ਤੈਨੂੰ ਰੱਖ ਨਹੀਂ ਸਕਦੀ, ਵੀ ਤੂੰ ਆਪਣਾ ਵੀ ਹੋਟਲ 'ਚ ਰਹਿਣਾ ਪੈਣਾ। ਚਲੋ ਇੱਥੇ ਹੀਲਾ ਕੀਤਾ ਤਾਂ ਘੁਮਾ ਦੀ ਫੈਮਿਲੀ ਸੀਗੀ, ਮੁੰਡਾ ਸੀਗਾ, ਤੇ ਉਹਦੇ ਕੋਲ ਅਸੀਂ ਭੇਜਤੀ ਜੀ। ਭੇਜੀ ਉਸ ਤੋਂ ਬਾਅਦ 'ਚ ਉਹਨੇ ਕੀ ਕੀਤਾ, ਉੱਥੇ ਹੁਣ ਵੀ 10 ਕੁ ਦਿਨ ਉੱਥੇ ਜਦ ਪਹੁੰਚ ਗਈ ਉਹਨੇ ਸਾਂਭ ਲਈ। ਅਸੀਂ ਉਹਦਾ ਧੰਨਵਾਦ ਕਰਨ ਚਲੇ ਗਏ ਉਹਦੇ ਘਰੇ ਮੁੰਡੇ ਘਰਦਿਆਂ ਦਾ, ਵੀ ਤੂੰ ਸਾਡੀ ਅਮਾਨਤ ਸਾਂਭ ਲਈ। ਜਦੋਂ ਵਾਪਸ ਆਏ ਤਾਂ ਉਹਨੇ ਇਹਦੇ ਡੈਡੀ ਨੇ ਸਾਨੂੰ ਪੈਸਿਆਂ ਦੀ ਮੰਗ ਕੀਤੀ, ਕਹਿੰਦੇ ਵੀ ਪੈਸੇ 2-4 ਲੱਖ ਰੁਪਈਆ ਸਾਨੂੰ। ਅਸੀਂ ਕਿਹਾ ਵੀ ਕਾਹਦਾ 4 ਲੱਖ ਰੁਪਈਆ, ਵੀ ਉਹ ਕਹਿੰਦੇ ਵੀ ਅਸੀਂ ਇੱਥੇ ਆਹ ਲੱਗੇ ਪੈਸੇ ਸਾਡੇ ਆਹ ਬਿਜਲੀ ਸੀਗੀ, ਕੋਈ ਗੱਲ ਨਹੀਂ ਵੀ ਆਪਾਂ ਬਾਅਦ 'ਚ ਬਹਿ ਕੇ ਆਪਣਾ ਹਿਸਾਬ ਕਿਤਾਬ ਕਰ ਲਾਂਗੇ, ਵੀ ਕੋਈ ਨਹੀਂ ਹੁਣ ਤਾਂ ਆਪਣੇ ਕੋਲ ਪੈਸੇ ਹਜੇ ਹੈ ਨਹੀਂਗੇ। ਤੇ ਉਹ ਕਹਿੰਦੇ ਵੀ ਨਹੀਂ ਚਲੋ ਵੀ ਸਾਨੂੰ ਚਾਹੀਦੇ ਆ ਪੈਸੇ ਤਾਂ ਦੇਣੇ ਆ। ਤੇ ਉਹ ਦੂਏ ਤੀਏ ਦਿਨ ਰੋਜ਼ ਫੋਨ ਆਈ ਜਾਵੇ। ਤੇ ਮੈਂ ਉਹਦੇ ਨਾਲ ਵੀ ਚਲੋ ਕਿਹਾ, ਮੈਂ ਕਿਹਾ ਮੇਰੇ ਕੋਲ ਜੇ ਸਾਡੇ ਕੋਲ ਪੈਸੇ ਹੈ ਨਹੀਂਗੇ। ਤੇ ਮੈਂ ਆਪਣੀ ਵਾਈਫ ਨਾਲ ਗੱਲ ਕੀਤੀ, ਮੈਂ ਕਿਹਾ ਵੀ ਤੇਰੇ ਵੀ ਫਾਦਰ ਸਾਹਿਬ ਵੀ ਮੇਰੇ ਤੋਂ ਪੈਸੇ ਮੰਗਦੇ ਨੇ 4 ਲੱਖ ਰੁਪਈਆ, ਵੀ ਆਪਾਂ ਉਹ ਕਹਿੰਦੇ ਵੀ ਤੂੰ ਦੇ ਦੇ ਉਹਨਾਂ ਨੂੰ ਪੈਸੇ। ਮੈਂ ਕਿਹਾ ਵੀ ਆਪਣੇ ਕੋਲ ਇੱਥੇ ਕਿੰਨੇ ਪੈਸੇ 4 ਲੱਖ ਰੁਪਏ ਕਿੱਥੋਂ ਆਏ ਆ, ਵੀ ਆਪਾਂ ਤੈਨੂੰ ਤੇਰੇ ਤੇ ਇੰਨੇ ਪੈਸੇ ਲਾਏ ਨੇ, ਤੈਨੂੰ ਤੋੜ ਲੱਗੇ, ਵੀ ਤੇਰੀ ਫੀਸ ਭਰੀ, ਤੈਨੂੰ ਲੈਪਟਾਪ ਲੈ ਕੇ ਦਿੱਤਾ, ਤੈਨੂੰ ਕੱਪੜੇ ਸ਼ਾਪਿੰਗ ਕਰਵਾਈ, ਤੇਰੇ ਹੈ ਨਾ ਤੈਨੂੰ ਆਈਫੋਨ ਲੈ ਕੇ ਦਿੱਤਾ, ਵੀ ਤੇਰੇ ਕੋਲ 50,000 ਰੁਪਏ ਡਾਲਰ ਦਿੱਤੇ ਤੈਨੂੰ ਹੈ ਨਾ, ਵੀ 3-4 ਲੱਖ ਰੁਪਏ ਤੇ ਖਰਚ ਆ ਗਿਆ, ਵੀ ਹੁਣ ਆਪਾਂ ਕਿੱਥੇ ਵੀ ਆਪਾਂ ਮਿਡਲ ਕਲਾਸ ਫੈਮਿਲੀ 'ਚ ਤਾਂ ਬਿਲੋਂਗ ਕਰਦੇ ਹਾਂ। ਤੇ ਉਹ ਕਹਿੰਦੀ ਨਹੀਂ ਤੂੰ ਉਹਨੂੰ ਦੇ, ਉਹਦੇ ਨਾਲ ਗੱਲ ਕਰ। ਤੇ 1-2 ਦਿਨ ਇੱਕ ਚੱਲਦਾ ਰਿਹਾ, ਤੇ ਮੇਰੇ ਨਾਲ ਝਗੜਾ ਉਹ ਵੱਧ ਘੱਟ ਬੋਲੀ ਗਈ ਜੀ, ਮੈਨੂੰ ਗਲਤ ਬੋਲੀ ਗਈ ਨਾ। ਕਹਿੰਦੀ ਮੈਨੂੰ ਫੋਨ ਨਾ ਕਰੀ, ਨਾ ਮੈਂ ਤੈਨੂੰ ਸੱਦਣਾ, ਤੂੰ ਪਹਿਲਾਂ ਪੈਸੇ ਦੇ। ਤੇ ਮੈਂ ਕਿਹਾ ਜੀ ਵੀ ਚੱਲ ਕੋਈ ਨਹੀਂ, ਵੀ ਬਾਅਦ 'ਚ ਕਰ ਲਾਂਗੇ ਹੱਲ, ਤੂੰ ਐਕਟ ਕਾਹਦੇ ਕਰਦੀ ਆ, ਵੀ ਪੈਸੇ ਤਾਂ ਬਾਅਦ ਦੀ ਗੱਲ ਆ ਹੈ ਨਾ, ਵੀ ਤੂੰ ਮੇਰੇ ਨਾਲ ਜਿਹੜੀ ਲਾਈਫ ਕੱਟਣੀ ਵੀ ਉਹ ਤਾਂ ਗੱਲ ਕਰ, ਤੂੰ ਵੀ ਆਪਣਾ ਵਿਆਹ ਹੋਇਆ ਤੂੰ ਇੱਦਾਂ ਕਾਹਦੇ ਗੱਲਾਂ ਕਰਦੀ ਆ। ਵੀ ਕਹਿੰਦੀ ਨਹੀਂ, ਫਿਰ ਵਿੱਚ ਵਾਲੇ ਬੰਦੇ ਉਂਗਲੀਆਂ ਲਾਉਣ ਲੱਗੇ, ਉਹਦੇ ਰਿਸ਼ਤੇਦਾਰ, ਤੂੰ ਐਂ ਕਰ ਉਹ ਕਰ। ਕੌਣ ਨੇ ਬੰਦੇ ਉਹ? ਉਹਦੇ ਜੀ ਆਪਣੇ ਨਾਨਕੇ ਨਹੀਂ, ਮਤੇਈ ਨਾਨਕੇ, ਮਤਲਬ ਪਹਿਲੇ ਵਿਆਹ ਦੀ ਕੁੜੀ ਹੈ ਜੀ ਇਹ ਮੇਰੇ ਸਹੁਰੇ ਦੇ। ਇਹਦੇ ਮੇਰੇ ਸਹੁਰੇ ਦਾ ਦੂਜਾ ਵਿਆਹ ਹੋਇਆ ਜੀ। ਉਹ ਇਹਨੂੰ ਕਹਿਣ ਲੱਗ ਗਏ ਵੀ ਤੂੰ ਐਂ ਨਾ ਕਰ, ਐਂ ਫਲਾਣਾ ਕਰ। ਤੇ ਉਹਨਾਂ ਦੇ ਇਹ ਵੀ ਗੱਲਾਂ ਕਰਦੇ ਹੁੰਦੇ ਸੀ, ਮੇਰੀ ਵਾਈਫ ਮੈਨੂੰ ਦੱਸਦੀ ਹੁੰਦੀ ਸੀ, ਕਹਿੰਦੀ ਵੀ ਜੇ ਵੀ ਤੂੰ ਪ੍ਰੈਗਨੈਂਟ ਵੀ ਹੋ ਗਈ ਹੈ ਨਾ ਤਾਂ ਅਬੋਰਸ਼ਨ ਕਰਵਾ ਦੀ, ਬੱਚਾ ਨਾ ਰੱਖੀ ਨਾਲ। ਇਹ ਮੇਰੀ ਸਗੀ ਮਤੇਈ ਮਾਸੀ ਨੇ ਇਹ ਗੱਲਾਂ ਕਹੀਆਂ ਨੇ ਇਹਨੂੰ ਜੀ। ਤੁਸੀਂ ਮਾਸੀ ਪਹਾੜੂਵਾਲ ਪਿੰਡ ਆਈ ਇਹਦਾ ਜੀ, ਪਹਾੜੂਵਾਲ ਪਿੰਡ ਆ ਜੀ। ਉਹ ਆਪਣੇ ਸਹੁਰੇ ਘਰੇ ਰਹਿੰਦੀ ਹੈ ਜੀ, ਅਸਲ ਮੇਨ ਵਿਆਹੀ ਉਹ ਧਨਾਸ ਹੋਈ ਹੈ। ਪਤਾ ਲੱਗਿਆ ਸੀ ਤੁਸੀਂ ਸੁਸਾਈਡ ਵੀ ਕਰਨ ਲੱਗੇ ਸੀ, ਇਹੋ ਜਿਹਾ ਐਡੀ ਕੀ ਰੀਜ਼ਨ ਆ ਗਿਆ? ਕੀ ਕਾਰਨ ਹੋ ਗਿਆ? ਸੁਸਾਈਡ ਆਏ ਜੀ, ਮੈਨੂੰ ਕਹਿਣ ਲੱਗੀ ਵੀ ਮੈਂ ਤੈਨੂੰ ਸੱਦਣਾ ਨਹੀਂ ਹੈਗਾ, ਵੀ ਨਾ ਮੈਂ ਤੇਰੇ ਨਾਲ ਗੱਲ ਕਰ, ਮੈਨੂੰ ਫੋਨ ਨਾ ਕਰੀ ਹੈ ਨਾ। ਮੈਂ ਕਿਹਾ ਵੀ ਤੂੰ ਦੱਸ ਤਾ ਕੀ ਗੱਲ ਹੋਈ ਆ? ਕਹਿੰਦੀ ਬਸ ਮੈਨੂੰ ਫੋਨ ਨਾ ਕਰੀ, ਵੀ ਤੂੰ ਮੈਨੂੰ ਤੰਗ ਕਰ ਲਿਆ ਹੈ ਨਾ। ਤੇ ਮੈਂ ਫਿਰ ਦੋਨਾਂ ਪਾਸੇ ਚਲੇ ਗਈ, ਮੈਂ ਤਾਂ ਪੈਸੇ ਵੀ ਗਵਾ ਲਏ। ਤੇ ਉਸ ਤੋਂ ਬਾਅਦ 'ਚ ਮੈਂ ਵਾਈਫ ਪਾਸੇ ਵੀ ਚਲੇ ਗਿਆ, ਮੈਂ ਜਮੀ ਮੇਰਾ ਜਿਹੜੀ ਡਿਪਰੈਸ਼ਨ 'ਚ ਆ ਗਿਆ ਸੀਗਾ ਜੀ ਮੈਂ। ਤੇ ਮੈਂ ਕਿਹਾ ਵੀ ਚਲ ਮੈਂ ਸੁਸਾਈਡ ਕਰ ਲਿਆ, ਤੇ ਮੈਨੂੰ ਲੜਨ ਲੱਗੀ ਸੀਗੀ, ਤੇ ਜਿੱਥੇ ਮੈਂ ਸੁਸਾਈਡ ਕਰਨ ਲੱਗਿਆ ਸੀ। ਤਾਂ ਹੁਣ ਜਿਹੜੇ ਪਿਤਾ ਨੇ ਆਪਣੀ ਨੂੰਹ ਦੇ ਵਾਸਤੇ ਜਿਹੜੀ ਆਪਣੀ ਜੀਵਨ ਭਰ ਦੀ ਕਮਾਈ ਲਾ ਕੇ ਉਸ ਨੂੰ ਕੈਨੇਡਾ ਭੇਜਿਆ ਸੀ, ਉਸ ਦਾ ਵੀ ਤੁਸੀਂ ਹਾਲ ਇੱਕ ਵਾਰੀ ਜ਼ਰੂਰ ਸੁਣ ਲਓ। ਜੀਤ ਸਿੰਘ ਪਿੰਡ ਪੰਜੇਟਾ ਜੀ। ਕੀ ਗੱਲ ਹੋਈ ਸੀਗੀ? ਗੱਲ ਤਾਂ ਜੀ ਇਹ ਹੋਈ ਸੀ, ਆਪਣੇ ਬੇਟੇ ਦਾ ਕੋਈ ਯਾਰ ਦੋਸਤ ਸੀਗਾ ਜੀ, ਤੇ ਬੇਟੇ ਨੂੰ ਕਹਿੰਦਾ ਵੀ ਮੈਂ ਤੇਰਾ ਰਿਸ਼ਤਾ ਕਰਾਵਾਂ ਜੀ। ਤੇ ਚਲੋ ਬੇਟਾ ਕਹਿੰਦਾ ਮੇਰਾ ਵੀ ਰਿਸ਼ਤਾ ਕਰਾ ਦਿਓ। ਚਲੋ ਜੀ ਉਹ ਰਿਸ਼ਤੇ ਦੀ ਗੱਲ ਚੱਲੀ ਤਾਂ ਰਿਸ਼ਤੇ ਦੀ ਆਪਣੇ ਅਸੀਂ ਗੁਰਦੁਆਰਾ ਸਾਹਿਬ ਕੁੜੀ ਦੇਖੀ ਬਹੁ ਨੋ ਆਪਣੀ ਸਾਹਨੇਵਾਲ
ਤੇ ਸਾਹਨੇਵਾਲ ਦੇਖ ਕੇ ਚਲੋ ਜੀ ਸਾਡੀ ਗੱਲਬਾਤ ਫਿੱਟ ਹੋ ਗਈ। ਤੇ ਉਦੋਂ ਬਾਅਦ ਜੀ ਆਪਣੇ ਦੂਜੇ ਮਹੀਨੇ ਦੀ 5 ਤਰੀਕ ਨੂੰ ਵਿਆਹ ਕਰਤਾ ਜੀ ਤੇ ਪਹਿਲਾਂ ਮੰਗਣਾ ਕਰਿਆ। ਉਦੋਂ ਬਾਅਦ ਚਲੋ ਵਿਆਹ ਹੋ ਗਿਆ ਜੀ ਆਪਣੇ ਦੂਜੇ ਮਹੀਨੇ 'ਚ। ਆਪਣੇ 8ਵੇਂ ਮਹੀਨੇ ਦੇ ਵਿੱਚ ਕੁੜੀ ਦਾ ਬੈਂਡ ਆਏ ਸੀਗੇ, ਬੈਂਡ ਕਰਕੇ ਜੀ ਵਿਆਹ ਕਰੇ ਆਪਣੇ। ਉਦੋਂ ਬਾਅਦ ਜੀ ਕੁੜੀ ਆਪਣੀ ਬਾਹਰ ਲੋਹ ਭੇਜੀ ਸੀ 8ਵੇਂ ਮਹੀਨੇ ਦੀ 27 ਤਰੀਕ ਨੂੰ 20 ਹਾਂਜੀ ਕਿਹੜੀ ਕੰਟਰੀ ਭੇਜੀ? ਕੈਨੇਡਾ ਦੇ ਵਿੱਚ ਭੇਜੀ ਜੀ, ਕੈਲਗਰੀ ਗਈ। ਕੁੜੀ ਹੈ ਕਿਹੜੇ ਪਿੰਡ ਦੀ ਸੀ? ਮਾੜੇ ਵਾਲੇ ਸੀਗੀ ਜੀ, ਮਾੜੇ ਵਾਲੇ। ਤੇ ਕਿੱਥੇ ਕਾ ਜੀ ਮਾੜੇ ਵਾਲੇ ਪਿੰਡ ਕਿੱਥੇ ਕਾ ਇਹ? ਮਾੜੇ ਵਾਲੇ ਜੀ ਜ਼ਰੂਰ ਕੋਲੀ, ਜ਼ਰੂਰ ਘੁਮਾਰੇ ਕੋਲੀ। ਤੇ ਉਦੋਂ ਬਾਅਦ ਜੀ ਚੱਲ ਆਪਣਾ ਵਧੀਆ ਸਾਡੇ ਨਾਲ ਬਾਹਰ ਕੈਨੇਡਾ ਭੇਜੀ 27 ਤਰੀਕ ਨੂੰ 8ਵੇਂ ਮਹੀਨੇ ਦੀ। ਤੇ 9ਵੇਂ ਮਹੀਨੇ ਦੀ 5-6 ਤਰੀਕ ਨੂੰ ਜਾ ਕੇ ਬੇਟੇ ਦੇ ਨਾਲ ਕੋਈ 5-4 ਦਿਨ ਬਾਅਦ ਕੋਈ ਗੱਲਬਾਤ ਹੋਈ ਉਹਨਾਂ ਦੀ। ਗੱਲਬਾਤ ਹੋਈ, ਸਾਨੂੰ ਨਹੀਂ ਕੋਈ ਪਤਾ ਇਹਦੇ ਵਿੱਚ ਗੱਲਬਾਤ ਦੇ ਵਿੱਚ ਕੀ ਹੋਇਆ। ਉਸ ਤੋਂ ਬਾਅਦ ਜੀ ਇਹਨਾਂ ਨੇ ਉਹਨੇ ਕੁੜੀ ਨੇ ਬਲੌਕ ਕਰਤਾ ਜੀ ਨੰਬਰ ਮੁੰਡੇ ਦਾ। ਬਲੌਕ ਕਰੇ ਤੋਂ ਬਾਅਦ ਹੁਣ ਅੱਜ ਤੱਕ ਨਹੀਂ, ਅਸੀਂ ਬਹੁਤ ਪੰਚਾਇਤਾਂ ਕਰੀਆਂ, ਬਹੁਤ ਜਿਹੜੇ ਵਿਚੋਲਿਆਂ ਨੇ ਰਿਸ਼ਤਾ ਕਰਾਇਆ ਸੀਗਾ ਜੀ, ਤੁਸੀਂ ਉਹਦੇ ਨਾਲ ਗੱਲ ਕੀਤੀ ਆ ਕੋਈ? ਬਹੁਤ ਕਰੀਆਂ ਜੀ ਗੱਲਾਂ। ਕੀ ਕਹਿੰਦੇ ਜੀ ਉਹ? ਕੀ ਕਹਿ ਰਿਹਾ ਉਹ ਹੁਣ? ਉਹ ਕੋਈ ਗੱਲ ਨਹੀਂ ਕਹਿੰਦੇ ਜੀ, ਮੰਨਦੇ ਨਹੀਂ ਆਏ ਕਹਿੰਦੇ ਜੀ। ਕਿੰਨੇ ਪੈਸੇ ਲੱਗੇ ਸੀ ਤੁਹਾਡੇ ਨਾਲ? ਪੈਸੇ 24 ਲੱਖ ਰੁਪਏ ਸਾਡਾ ਲੱਗ ਗਏ। ਹੁਣ ਕੀ ਮੰਗ ਕਰਦੇ? ਹੁਣ ਅਸੀਂ ਮੰਗ ਕਰਦੇ ਹਾਂ ਵੀ ਕੁੜੀ ਡਿਪੋਰਟ ਹੋਵੇ। 24 ਲੱਖ ਰੁਪਏ ਤੁਸੀਂ ਇਕੱਠਾ ਦਿੱਤਾ ਜੀ? ਕਿਵੇਂ ਦਿੱਤਾ ਜੀ? ਅਸੀਂ ਜੀ ਕੌਣ ਦੇ ਦਿੱਤੇ ਉਹ ਵਿਆਹ ਤੇ ਖਰਚਾ ਉਸ ਵਿਆਹ ਤੇ ਖਰਚਾ ਹੋਇਆ। ਕਿੰਨੇ ਉਹਦੇ ਅਕਾਊਂਟ 'ਚ ਕਿੰਨੇ ਪਵਾਏ ਸੀਗੇ ਜੀ? ਉਹਦੇ 13 ਲੱਖ ਰੁਪਏ ਪਾਏ। ਤੁਹਾਡੇ ਕੋਲੋਂ ਕਿੱਥੋਂ ਆਈ ਜੀ ਰੁਪਈਏ 24 ਲੱਖ ਸਾਡੇ ਕੋਲ ਰੁਪਏ? ਜੀ ਪਲਾਟ ਵੇਚਿਆ ਸੀਗਾ ਕੁਛ, ਮੈਂ ਜੌਬ ਕਰਦਾ ਸਰਕਾਰੀ ਕਿਸ ਮਹਿਕਮੇ 'ਚ ਕਰਦੇ ਹੋ ਜੀ? ਕਾਰਪੋਰੇਸ਼ਨ ਦੇ ਵਿੱਚ ਅਲੱਗ-ਅਲੱਗ ਵੱਡੇ ਵਿੱਚ ਕਰਦੀ ਜੌਬ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਜੀ? ਬਸ ਅਸੀਂ ਇਹੀ ਚਾਹੁੰਦੇ ਹਾਂ ਵੀ ਹੁਣ ਕੁੜੀ ਡਿਪੋਰਟ ਹੋਵੇ ਤੇ ਉਹ ਵੀਰ ਦਾ ਹੋਇਆ। ਹਾਂ ਕੁਛ ਉਹਨਾਂ ਨੇ, ਕੁੜੀ ਦੇ ਪਰਿਵਾਰ ਨੇ ਕੁਛ ਤੁਹਾਡੇ ਨਾਲ ਸੰਪਰਕ ਕਰਨਾ ਚਾਹਿਆ ਜਾਂ ਤੁਸੀਂ ਉਹਨਾਂ ਨਾਲ ਕੁਛ ਕਰਨਾ? ਅਸੀਂ ਬਹੁਤ ਕਰਿਆ ਜੀ, ਉਹਨਾਂ ਨੇ ਕੋਈ ਨਹੀਂ ਸਾਡੀ ਮੰਨੀ ਹੈਗੀ। ਅਸੀਂ ਬਹੁਤ ਪੰਚਾਇਤਾਂ ਇਕੱਠੀਆਂ ਕਰੀਆਂ, ਅਸੀਂ ਪੁਲਿਸ ਰਿਪੋਰਟ ਵੀ ਕਰੀ ਆ। ਪੁਲਿਸ ਰਿਪੋਰਟ ਨੇ ਵੀ ਸਾਡੀ ਮੰਗ ਮੈਂ ਉਹ ਨਹੀਂ ਕਰੀ। ਕਿਸ ਥਾਣੇ ਦੇ ਵਿੱਚ ਤੁਸੀਂ ਰਿਪੋਰਟ ਲਿਖਾਈ ਹੈ ਜੀ? ਆਪਣੇ ਐਨਆਰਆਈ ਨੇ ਲੁਧਿਆਣਾ ਜੀ? ਆਨਲਾਈਨ ਪਾਈ ਸੀ ਪਹਿਲਾਂ ਚੰਡੀਗੜ੍ਹ ਤੋਂ ਵੀ ਇੱਥੇ ਆਈ ਸੀ ਆਪਣੇ ਐਨਆਰਆਈ ਥਾਣੇ ਲੁਧਿਆਣੇ ਜਮਾਲਪੁਰ। ਉਸ ਤੋਂ ਬਾਅਦ ਕੋਈ ਸਾਡੀ ਇਸ ਸਭ ਦੇ ਵਿਚਕਾਰ ਲੜਕੇ ਦੀ ਭੈਣ, ਜਿਸ ਦੇ ਵਿਆਹ ਦੇ ਲਈ ਪੈਸੇ ਇਕੱਠੇ ਉਸਦੇ ਪਿਤਾ ਨੇ ਕੀਤੇ ਸੀਗੇ, ਉਹ ਵੀ ਆਪਣੀ ਨੂੰਹ ਨੂੰ ਬਾਹਰ ਭੇਜਣ ਦੇ ਵਿੱਚ ਲਗਾਤੇ ਇਸ ਆਸ ਨੂੰ ਕਿ ਉਹਨਾਂ ਦਾ ਪੁੱਤਰ ਵੀ ਬਾਹਰ ਜਾਏਗਾ, ਉਸ ਭੈਣ ਦਾ ਭਰਾ ਵੀ ਬਾਹਰ ਜਾਏਗਾ ਤੇ ਉੱਥੇ ਜਾ ਕੇ ਸੈੱਟ ਹੋ ਜਾਏਗਾ, ਦੁਬਾਰਾ ਪੈਸੇ ਕਮਾ ਲੇਗਾ। ਉਸ ਦਾ ਵੀ ਤੁਸੀਂ ਹਾਲ ਇੱਕ ਵਾਰੀ ਜ਼ਰੂਰ ਸੁਣ ਲਓ। ਹੋਇਆ ਜੀ ਮੇਰਾ ਬੜਾ ਬ੍ਰਦਰ ਆ ਜੀ ਸੁਖਵਿੰਦਰ। ਜਿਵੇਂ ਕਿ ਹੁਣ ਆਪਾਂ ਨਿਊਜ਼ ਦੇਖਦੇ ਹਾਂ, ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੈਲਿਆ ਹੋਇਆ ਵਾ ਵੀ ਲਵਪ੍ਰੀਤ ਸਿੰਘ ਲਾਡੀ ਆ ਜਿਹੜਾ, ਉਹਨੇ ਸੁਸਾਈਡ ਕਰ ਲਿਆ। ਇਹ ਸੁਸਾਈਡ ਜਿਹੜਾ ਹੁਣ ਉਹ ਵੀਰੇ ਨੇ ਕੀਤਾ ਵਾ, ਉਹ ਅੱਜ ਤੋਂ 10 ਮਹੀਨੇ ਪਹਿਲਾਂ ਸਾਡੇ ਘਰ ਵਿੱਚ ਵਾਪਰ ਜਾਣਾ ਸੀ। ਇਹ ਪਰਮਾਤਮਾ ਦੀ ਮਿਹਰ ਸੀਗੀ ਜੋ ਸਾਡਾ ਬ੍ਰਦਰ ਸਾਡੇ ਨਾਲ ਆ, ਸਾਡੇ ਵਿੱਚ ਆ। ਸਾਨੂੰ ਸਿਰਫ ਕੈਨੇਡਾ ਸਰਕਾਰ ਤੋਂ ਇਨਸਾਫ ਚਾਹੀਦਾ ਵੀ ਉਹ ਕੁੜੀ ਨੂੰ ਜਲਦ ਤੋਂ ਜਲਦ ਰਿਪੋਰਟ ਕੀਤਾ ਜਾਵੇ। ਮੇਰੇ ਮਾਤਾ ਪਿਤਾ ਕੋਲ 4.5 ਕਿੱਲੇ ਜ਼ਮੀਨ ਦੇ ਸੀਗੇ ਤੇ ਉਹ ਵੀ ਮੇਰੇ ਮਾਤਾ ਪਿਤਾ ਨੇ ਉਹਦਾ ਕਰਜ਼ਾ ਲਾਉਣ ਲਈ ਅਸੀਂ 5 ਲੱਖ ਰੁਪਈਆ ਵੀ ਕਿਸੇ ਤੋਂ ਕਰਜ਼ ਫੜਿਆ ਸੀ, ਉਹਨੂੰ ਬਾਹਰ ਭੇਜਣ ਲਈ ਉਹ ਜ਼ਮੀਨ ਵੀ ਅਸੀਂ ਵੇਚ ਦਿੱਤੀ ਆ। ਤੇ ਮੇਰੀ ਵੱਡੀ ਭੈਣ ਤੇ ਮੈਂ ਆ, ਮੇਰੀ ਮੈਰਿਜ ਵਾਸਤੇ ਵੀ ਤੇ ਮੇਰੇ ਘਰਦਿਆਂ ਨੇ ਇਹ ਕੁਛ ਕੀਤਾ ਵਾ ਤੇ ਸਾਨੂੰ ਉਹ ਸਾਰਾ ਕੁਝ ਸਾਥੋਂ ਲੁੱਟ ਕੇ ਲੈ ਗਈ ਤੇ ਸਾਨੂੰ ਇਨਸਾਫ ਚਾਹੀਦਾ ਵਾ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਕੈਮਰਾਮੈਨ ਸਤਵੰਤ ਰਾਉਤ ਦੇ ਨਾਲ ਸਰਨਜੀਤ ਸਿੰਘ ਭੱਲਾ, ਲੁਧਿਆਣਾ।